ਦੋਸਤੋ ਪੰਜਾਬੀ ਟ੍ਰਿਬਿਊਨ ਦੇ ਰੋਜ਼ਾਨਾ ਪ੍ਰੋਗਰਾਮ ਵੇਲੇ ਦੀ ਗੱਲ ਵਿੱਚ ਤੁਹਾਡਾ ਸਵਾਗਤ ਹੈ। ਮੈਂ ਆਤਿਸ਼ ਗੁਪਤਾ ਤੁਹਾਡੇ ਸਾਹਮਣੇ ਹਾਜ਼ਰ ਹਾਂ ਤੇ ਅੱਜ ਅਸੀਂ ਗੱਲ ਕਰਾਂਗੇ ਅਰਦਾਸ ਦਿਵਸ ਦੇ ਮਾਇਨੇ ਅਤੇ ਬਰਗਾੜੀ ਦੇ ਸੰਕੇਤ। ਸਾਡੇ ਨਾਲ ਇਸ ਬਾਰੇ ਗੱਲਬਾਤ ਕਰਨ ਲਈ ਵਿਸ਼ੇਸ਼ ਤੌਰ ਤੇ ਹਾਜ਼ਰ ਨੇ ਉੱਘੇ ਪੱਤਰਕਾਰ ਸ਼੍ਰੀ ਹਮੀਰ ਸਿੰਘ ਜੀ। ਹਮੀਰ ਜੀ, ਤੁਹਾਡਾ ਬਹੁਤ ਬਹੁਤ ਸਵਾਗਤ ਹੈ ਜੀ। ਸ਼ੁਕਰੀਆ ਆਤਿਸ਼। ਹਮੀਰ ਜੀ, ਭਾਰਤ ਦੇਸ਼ ਨੂੰ ਆਜ਼ਾਦ ਹੋਏ ਨੂੰ 75 ਸਾਲ ਪੂਰੇ ਹੋ ਚੁੱਕੇ ਨੇ ਤੇ ਸਾਰਾ ਹੀ ਦੇਸ਼ 15 ਅਗਸਤ ਨੂੰ ਜਿਹੜਾ ਹੈਗਾ ਬਹੁਤ ਹੀ ਧੂਮ-ਧਾਮ ਤੇ ਜ਼ੋਰ-ਸ਼ੋਰ ਨਾਲ ਮਨਾ ਰਿਹਾ। ਤੇ ਗੱਲ ਕਰੀਏ ਦੇਸ਼ ਦੀ ਆਜ਼ਾਦੀ ਦੌਰਾਨ ਜਿਹੜੇ 10 ਲੱਖ ਦੇ ਕਰੀਬ ਪੰਜਾਬੀਆਂ ਦੀ ਮੌਤ ਹੋ ਗਈ ਸੀ, ਸ਼ਹੀਦ ਹੋ ਗਏ ਸੀ ਐਂ ਕਹਿ ਲਈਏ, ਉਹਨਾਂ ਨੂੰ ਕੋਈ ਵੀ ਯਾਦ ਨਹੀਂ ਕਰ ਰਿਹਾ, ਉਹਨਾਂ ਬਾਰੇ ਕੋਈ ਵੀ ਗੱਲਬਾਤ ਕਰਨ ਲਈ ਤਿਆਰ ਨਹੀਂ ਹੈ। ਤੇ ਅੱਜ 16 ਅਗਸਤ ਨੂੰ ਪੰਜਾਬ ਭਰ ਦੇ ਵਿੱਚ ਜਿਹੜਾ ਹੈਗਾ ਇਸ ਨੂੰ ਅਰਦਾਸ ਦਿਵਸ ਵਜੋਂ ਮਨਾਇਆ ਗਿਆ, ਜੋ ਕਿ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਵੱਲੋਂ ਹੁਕਮ ਆਇਆ ਸੀ ਵੀ ਕਿ ਉਸ ਦਿਨ ਹਰ ਥਾਂ 'ਤੇ ਅਰਦਾਸ ਕੀਤੀ ਜਾਏਗੀ ਤੇ ਅੱਜ ਅਰਦਾਸ ਕੀਤੀ ਗਈ ਹੈ। ਅਸੀਂ ਜਾਣਨਾ ਚਾਹਾਂਗੇ ਅੱਜ ਅਰਦਾਸ ਦਿਵਸ ਦੇ ਮਾਇਨੇ ਕੀ ਰਹੇ ਨੇ ਤੇ ਜਥੇਦਾਰ ਸ਼੍ਰੀ ਅਕਾਲ ਤਖਤ ਸਾਹਿਬ ਨੇ ਅੱਜ ਕੀ ਹੁਕਮ ਦਿੱਤਾ, ਕੀ ਸੰਬੋਧਨ ਕੀਤਾ। ਅਸਲ ਦੇ ਵਿੱਚ ਜਿਹੜਾ ਭਾਰਤ ਤੇ ਪਾਕਿਸਤਾਨ ਦਾ ਵੰਡ ਹੈ, ਵੰਡ ਦੇ ਸਮੇਂ ਦੋਨੋਂ ਗੱਲਾਂ ਨੇ। ਉਹ ਆਪਣੀ ਆਜ਼ਾਦੀ ਦਾ ਜਸ਼ਨ 14 ਤਰੀਕ ਨੂੰ ਮਨਾਉਂਦਾ, ਇੱਧਰ ਅਸੀਂ 15 ਤਰੀਕ ਨੂੰ ਮਨਾਉਂਦੇ ਹਾਂ। ਉਹਦੇ ਦੌਰਾਨ ਪਰ ਜਿਹੜਾ ਇੱਕ ਬਹੁਤ ਵੱਡਾ, ਇੱਕ ਤਾਂ ਉਹ ਪਹਿਲਾਂ ਕੁਰਬਾਨੀਆਂ ਦਿੱਤੀਆਂ ਅੰਗਰੇਜ਼ਾਂ ਨੂੰ ਕੱਢਣ ਵਾਸਤੇ ਜੀ, ਪਰ ਜਿਹੜੀ ਵੰਡ ਦੇ ਦੌਰਾਨ ਇੱਕ ਕਤਲੇਆਮ ਹੋਇਆ ਬਹੁਤ ਵੱਡਾ, ਇਹ ਵੀ ਖਾਸ ਤੌਰ 'ਤੇ ਇਸ ਖਿੱਤੇ ਦੇ ਲੋਕਾਂ ਦੇ ਵਾਸਤੇ ਉਹ ਅਜੇ ਵੀ ਉਹਦੇ ਨਾਸੂਰ ਜਿਹੜਾ ਬਣਿਆ ਪਿਆ ਉਹ ਕਾਇਮ ਹੈ, ਮਤਲਬ ਜ਼ਖਮ। ਉਹਨਾਂ ਦਾ ਇਹ ਕਹਿਣਾ ਸੀ ਕਿ ਅਸਲ 'ਚ ਵੰਡ ਜਿਹੜੀ ਪੰਜਾਬ ਤੇ ਬੰਗਾਲ ਦੀ ਹੋਈ, 10 ਲੱਖ ਲੋਕ ਮਰੇ, 40 ਲੱਖ ਜ਼ਖਮੀ ਹੋਏ, 2.5 ਕਰੋੜ ਲੋਕਾਂ ਨੂੰ ਹਿਜਰਤ ਕਰਨੀ ਪਈ, ਇੱਧਰੋਂ ਉੱਧਰੋਂ ਜੋ ਬੇਪਤੀਆਂ ਹੋਈਆਂ ਉਹ ਅਲੱਗ ਨੇ ਜੀ। ਇੱਦੋਂ ਪਹਿਲਾਂ ਕਾਫੀ ਜਥੇਬੰਦੀਆਂ ਆਪਾਂ ਉੱਧਰਲੇ ਪਾਕਿਸਤਾਨ ਦੀ ਤਰਫ ਤੋਂ ਵੀ, ਇਸ ਤਰਫ ਤੋਂ ਵੀ, ਮਤਲਬ ਉੱਥੇ ਬਾਰਡਰ 'ਤੇ ਜਾ ਕੇ ਮੋਮਬੱਤੀਆਂ ਬਾਲਣਾ ਜਾਂ ਦੋਸਤੀ ਦਾ ਪੈਗਾਮ ਦੇਣਾ, ਵੱਖ-ਵੱਖ ਟਾਈਪ ਦਾ ਸੀ। ਉਹ ਬੜੇ ਪਹਿਲਾਂ ਤੋਂ ਚੱਲਦੇ ਸੀ। ਜਿਵੇਂ ਕੁਲਦੀਪ ਨਈਅਰ ਦੀ ਅਗਵਾਈ ਦੇ ਵਿੱਚ ਇਹ ਜਿਹੜਾ ਹਿੰਦ ਪਾਕ ਦੋਸਤੀ ਮੰਚ ਇੱਕ ਵਾਰ ਕਰਦਾ ਸੀ, ਹੁਣ ਤੱਕ ਵੀ ਕਰਦਾ ਹੈ। ਫੋਕਲੋਰ ਰਿਸਰਚ ਅਕੈਡਮੀ ਹੈ, IDP ਹੈ, ਡਿਫਰੈਂਟ ਟਾਈਪ ਦੇ ਲੋਕ ਨੇ ਜਿਹੜੇ ਆਪੋ ਆਪਣੇ ਢੰਗ ਨਾਲ ਇਹ ਕੰਮ ਕਰਦੇ ਰਹੇ ਜੀ। ਅਤੇ ਹੁਣ ਮਤਲਬ ਐਤਕੀ ਪਹਿਲੀ ਵਾਰ ਜਥੇਦਾਰ ਅਕਾਲ ਤਖਤ ਨੇ, ਕਾਰਜਕਾਰੀ ਜਥੇਦਾਰ ਨੇ, ਉਹਨਾਂ ਨੇ ਇਹ ਸੱਦਾ ਦਿੱਤਾ ਕਿ ਅਸੀਂ ਇਹ ਜਿਹੜੇ ਬੰਦੇ ਮਾਰੇ ਗਏ ਨੇ ਉਸ ਸਮੇਂ, ਜਿਹੜੇ ਬੇਕਸੂਰ ਨੇ, ਮਤਲਬ ਉਹਨਾਂ ਦਾ ਕੋਈ ਕਸੂਰ ਨਹੀਂ ਸੀ, ਉਹ ਤਾਂ ਆਪੋ ਆਪਣੇ ਘਰ ਰਹਿੰਦੇ ਸੀ ਜਿਵੇਂ ਆਮ ਲੋਕ ਰਹਿੰਦੇ ਨੇ। ਇੱਕ ਫੈਸਲਾ ਹੋਇਆ ਅਤੇ ਫੈਸਲੇ ਨੇ ਫਿਰ ਉਹ ਆਪਸ ਦੇ ਵਿੱਚ ਇੱਕ ਐਸਾ ਜਨੂੰਨ ਭੜਕਿਆ ਅਤੇ ਜਿਹਦੇ ਨਾਲ ਇਹ ਆਪਸ ਦੇ ਵਿੱਚ ਮਰੇ ਜੀ। ਹੁਣ ਇੱਕ ਗੱਲ ਤਾਂ ਉਹਦੇ 'ਚ ਇਹੀ ਹੈ ਕਿ ਕਾਰਨ ਜੇਕਰ ਦੇਖਿਆ ਜਾਏ ਕਿ 47 ਤੋਂ ਪਹਿਲਾਂ ਜਿਹੜੀ ਮੂਵਮੈਂਟ ਸਾਂਝੇ ਤੌਰ 'ਤੇ ਲੜੀ ਗਈ, ਉਹਦੇ ਉਸ ਸਮੇਂ ਦੀ ਜਿਹੜੀ ਲੀਡਰਸ਼ਿਪ ਸੀ ਉਹ ਇੱਕ ਟਾਈਪ ਦੇ ਨਾਕਾਮ ਰਹੀ, ਕਿ ਉਹ ਇਕੱਠਾ ਰੱਖਣ 'ਚ ਨਾਕਾਮ ਰਹੀ ਜੀ ਦੇਸ਼ ਨੂੰ। ਔਰ ਜੇ ਇਕੱਠਾ ਰਹਿੰਦਾ ਸ਼ਾਇਦ ਹੋਰ ਇਹ ਬੁਲੰਦੀਆਂ 'ਤੇ ਹੁੰਦਾ। ਇਹਦਾ ਮਤਲਬ ਮਨੀਸ਼ੰਕਰ ਅਈਅਰ ਕੱਲ੍ਹ ਪਰਸੋਂ ਇੱਕ ਸੈਮੀਨਾਰ 'ਚ ਬੋਲ ਰਹੇ ਸੀ, ਇੱਥੇ 2-3 ਦਿਨ ਪਹਿਲਾਂ ਚੰਡੀਗੜ੍ਹ 'ਚ ਹੀ। ਉਹ ਗੱਲ ਇਹ ਕਹਿ ਰਹੇ ਨੇ ਇੱਕ ਪ੍ਰੋਗਰਾਮ ਦੇ ਦੌਰਾਨ ਕਿ ਜੇ ਇਕੱਠਾ ਹੁੰਦਾ ਤਾਂ ਪੰਜਾਬ ਦੀਆਂ ਪਾਰਲੀਮੈਂਟ 130 ਸੀਟਾਂ ਹੋਣੀਆਂ ਸੀ ਜੀ। ਬਿਲਕੁਲ। ਤਾਂ ਦੇਸ਼ ਦੀ ਪਾਰਲੀਮੈਂਟ ਨੂੰ, ਜਿਵੇਂ ਹੁਣ ਯੂਪੀ ਸਭ ਤੋਂ ਬੜੇ ਰੂਪ ਦੇ ਵਿੱਚ ਸੀਟਾਂ ਨੇ ਨਾ 80-85, ਤਾਂ 130 ਸੀਟਾਂ ਵਾਲਿਆਂ ਦਾ ਪੂਰਾ ਦਬਦਬਾ ਹੋਣਾ ਸੀ। ਹੁਣ 13 ਸੀਟਾਂ ਰਹਿ ਗਈਆਂ ਜਾਂ ਕਿਸੇ ਦੀਆਂ 10 ਸੀਟਾਂ ਰਹਿ ਗਈਆਂ ਜੀ। ਇਹ ਇੱਕ ਗੱਲ ਤਾਂ ਬਣਦੀ ਹੋ ਜੇ ਦੇਸ਼ ਹੋਣ। ਪਰ ਉਸ ਵੰਡ ਨੇ, ਕਿਉਂਕਿ ਇਹ ਹਾਲਾਂਕਿ ਸ਼ਹੀਦੀਆਂ ਬਹੁਤ ਜ਼ਿਆਦਾ, ਕੁਰਬਾਨੀਆਂ ਜਿਹੜੀਆਂ ਨੇ ਉਹ ਇਸ ਖਿੱਤੇ ਦੀਆਂ ਸਭ ਤੋਂ ਜ਼ਿਆਦਾ ਸੀ ਆਜ਼ਾਦੀ ਦੇ ਵਿੱਚ। ਹੁਣ ਜਥੇਦਾਰ ਸਾਹਿਬ ਨੇ ਇਹ 2 ਤਰੀਕੇ ਕੀਤੇ। ਇੱਕ ਪਾਸੇ ਮੁਹਿੰਮ ਸੀ ਤਿਰੰਗਾ ਝੰਡਾ ਲਹਿਰਾਓ ਦੀ ਜੀ, ਦੂਜੇ ਪਾਸੇ ਇਹਨਾਂ ਨੂੰ ਸੀ ਆਪਾਂ ਕੀ ਕਰੀਏ, ਕੀ ਕਿਹਾ ਜਾਣਾ ਚਾਹੀਦਾ। ਤਾਂ ਉਹਨਾਂ ਨੇ ਕਿਹਾ ਕਿ 10 ਅਗਸਤ ਤੋਂ ਲੈ ਕੇ 15 ਅਗਸਤ ਤੱਕ ਜੀ ਸਾਰੇ ਜਿੰਨੇ ਗੁਰਦੁਆਰੇ ਨੇ ਦੇਸ਼ ਵਿਦੇਸ਼ ਦੇ, ਈਵਨ ਉਹਨਾਂ ਨੇ ਸੱਦਾ ਮੰਦਰਾਂ ਵਾਲਿਆਂ ਨੂੰ ਵੀ ਦਿੱਤਾ ਕਿ ਜਿਹੜੇ ਆਪਣੇ ਮੰਦਰਾਂ 'ਚ ਵੀ ਕੋਈ ਕਰਨ, ਚਾਹੇ ਆਪਣੇ ਮਸਜਿਦ 'ਚ ਕਰਨ, ਸਾਰੇ ਜੀ, ਕਿ ਉਹਨਾਂ ਜਿਹੜੇ ਜਿਨ੍ਹਾਂ ਦਾ ਕੋਈ ਰੋਲ ਨਹੀਂ ਸੀ, ਨਿਰਦੋਸ਼ ਮਾਰੇ ਗਏ, ਉਹਨਾਂ ਨੂੰ ਸ਼ਰਧਾਂਜਲੀ ਅਰਪਿਤ ਕਰਨ ਦੇ ਲਈ ਆਪੋ ਆਪਣੇ ਢੰਗ ਨਾਲ ਅਰਦਾਸਾਂ ਕਰਨ ਜਾਂ ਪੂਜਾ ਕਰਨ ਜਾਂ ਜੋ ਵੀ ਕਰਨ ਜੀ। ਅਤੇ ਫਿਰ 16 ਤਰੀਕ ਉਹਨਾਂ ਨੇ ਰੱਖੀ ਸੀ ਕਿ ਸਾਂਝੀ ਇੱਕ ਕਰਾਂਗੇ ਤਖਤਾਂ ਤੋਂ। ਅੱਜ ਅਕਾਲ ਤਖਤ 'ਤੇ ਵੀ ਹੋਈ, ਔਰ ਇੱਥੇ ਤਖਤ ਦਮਦਮਾ ਸਾਹਿਬ ਵੀ, ਤਖਤ ਕੇਸਗੜ੍ਹ ਸਾਹਿਬ ਵੀ, ਅਤੇ ਹੋਰ ਥਾਵਾਂ 'ਤੇ ਵੀ ਬਹੁਤ ਸਮੂਹਿਕ ਅਰਦਾਸਾਂ ਹੋਈਆਂ। ਉਹਦੇ 'ਚੋਂ 2 ਗੱਲਾਂ ਕਹਿੰਦੇ ਨੇ। ਇੱਕ ਗੱਲ ਤਾਂ ਇਹ ਕਹਿੰਦੇ ਨੇ ਕਿ ਦੋਨਾਂ ਦੇਸ਼ਾਂ ਦੀਆਂ ਜਿਹੜੀਆਂ ਪਾਰਲੀਮੈਂਟਾਂ ਨੇ ਜੀ, ਭਾਰਤ ਵਾਲੇ ਪਾਸੇ ਵੀ ਅਤੇ ਪਾਕਿਸਤਾਨ ਵਾਲੇ ਵੀ, ਇਹਨਾਂ 'ਚ ਉਹਨਾਂ ਨੂੰ ਘੱਟੋ ਘੱਟ ਜਿਹੜੇ ਬੇਦੋਸ਼ੇ ਲੋਕ ਮਾਰੇ ਗਏ ਉਹਨਾਂ ਦੀ ਨੂੰ ਸ਼ਰਧਾਂਜਲੀ ਭੇਟ ਕਰਨੀ ਚਾਹੀਦੀ ਹੈ। ਬਿਲਕੁਲ। ਜਿਵੇਂ ਪਿਛੋਕੜ ਦੇ ਵਿੱਚ ਹੁਣ ਦੇਸ਼ ਇਹ ਕਰਦੇ ਆ ਰਹੇ ਨੇ, ਜਿਵੇਂ ਸਾਡੇ ਗਦਰ ਮੂਵਮੈਂਟ ਨਾਲ ਸਿੱਝਣ ਲਈ ਜਾਂ ਕਾਮਾਗਾਟਾ ਮਾਰੂ ਜਿਹੜਾ ਜਹਾਜ਼ ਸੀ ਉਹਨੂੰ ਕੈਨੇਡਾ ਸਰਕਾਰ ਨੇ ਨਹੀਂ ਸੀ ਬਣਨ ਦਿੱਤਾ, ਉਹਨੇ ਮਾਫੀ ਮੰਗ ਲਈ ਹੈ ਟਰੂਡੋ ਨੇ ਕਿ ਹਾਂ ਸਾਡੇ ਤੋਂ ਗਲਤ ਹੋਇਆ। ਦੂਜੀ ਸੰਸਾਰ ਜੰਗ ਦੀ ਜਾਪਾਨ ਨੇ ਮੰਗ ਲਈ ਹੈ, ਕੋਈ ਕਿਸੇ ਨੇ ਸਾਰਿਆਂ ਨੇ। ਤਾਂ ਅਸੀਂ ਵੀ ਕਿਉਂ ਨਾ ਆਪਣਾ ਜਿਹੜਾ ਪਿਛੋਕੜ ਸਾਡੇ ਤੋਂ ਗਲਤੀਆਂ ਹੋਈਆਂ ਨੇ ਉਹਦਾ ਮਤਲਬ ਇਸ ਰੂਪ ਦੇ ਵਿੱਚ ਮਾਫੀ ਮੰਗੀ ਜਾਏ।
ਤੇ ਦੂਜੀ ਗੱਲ ਇਹ ਹੈ ਕਿ ਇਹ ਸਾਨੂੰ ਤਸਲੀਮ ਕਰਨਾ ਚਾਹੀਦਾ ਕਿ ਉਸ ਸਮੇਂ ਸਾਡੇ ਦਿਮਾਗਾਂ 'ਚ ਪਤਾ ਨਹੀਂ ਕੀ ਆ ਗਿਆ ਸੀ, ਅਸੀਂ ਭਰਾਵਾਂ ਵਾਂਗ ਰਹਿੰਦੇ, ਭੈਣਾਂ ਭਰਾਵਾਂ ਵਾਂਗ ਇੱਕ ਦੂਜੇ ਨੂੰ ਮਾਰਦੇ ਰਹੇ। ਇਹ ਫਿਰਕੂ ਜਿਹੜੀ ਸੋਚ ਹੈ ਇਹਨੂੰ ਮਤਲਬ ਬੰਦ ਕਰਨਾ ਚਾਹੀਦਾ। ਅੱਜ ਉੱਥੇ ਵੱਡੀ ਗਿਣਤੀ ਦੇ ਵਿੱਚ ਮੁਸਲਿਮ ਭਾਈਚਾਰੇ ਦੇ ਲੋਕ ਵੀ ਗਏ ਜੀ ਅਕਾਲ ਤਖਤ ਤੇ ਵੀ, ਸ਼ਾਇਦ ਇਸ ਦੇ ਵਿੱਚ ਇੱਕ ਸ਼ਾਮਲ ਹੋਣ ਲਈ ਦੋਨੇ ਸਾਰੇ ਪਾਸਿਆਂ ਦੇ ਉੱਤੋਂ। ਇਹ ਜਿਹੜਾ ਇੱਕ ਉਹਨੇ ਸੋਚਿਆ ਕਿ ਸਾਡੀ ਸਿਆਸਤ ਕਿਹੋ ਜਿਹੀ ਹੋਣੀ ਚਾਹੀਦੀ ਹੈ, ਸਾਡਾ ਫਿਊਚਰ। ਮਤਲਬ ਇਹੀ ਹੈ ਕਿ ਜੋ ਵੀ ਕੁਝ ਵਾਪਰ ਰਿਹਾ ਹੈ, ਧਰਮਾਂ ਦੇ ਆਧਾਰ 'ਤੇ ਵੰਡ ਪਈ ਰਹੀ ਹੈ, ਬੋਲੀਆਂ ਦੇ ਆਧਾਰ 'ਤੇ ਵੱਖ-ਵੱਖ ਆਧਾਰ 'ਤੇ ਟਕਰਾਅ ਪੈਦਾ ਹੋ ਰਹੇ ਨੇ, ਉਹ ਟਕਰਾਅ ਜਿਹੜੇ ਨੇ ਉਹ ਆਪਸੀ ਭਾਈਚਾਰੇ ਤੇ ਮੁਹੱਬਤ ਨਾਲ ਹੱਲ ਕਰਨੇ ਚਾਹੀਦੇ ਨੇ ਜੀ। ਔਰ ਜੇ ਮੁਹੱਬਤ ਨਾਲ ਹੱਲ ਕਰਨੇ ਹੋਣਗੇ ਤਾਂ ਹੀ ਇਹ ਚੀਜ਼ਾਂ ਖੂਬਸੂਰਤ ਲੱਗਣਗੀਆਂ, ਨਹੀਂ ਤਾਂ ਨਾ ਦੇਸ਼ ਤਰੱਕੀ ਕਰੂਗਾ, ਨਾ ਉਹ ਭਾਈਚਾਰੇ ਵੀ ਤਣਾਅ 'ਚ ਰਹਿਣਗੇ, ਬਾਕੀ ਚੀਜ਼ਾਂ ਨੇ ਜੀ। ਇਹ ਉਹਦਾ ਮੈਸੇਜ ਹੈ ਮੇਰਾ ਖਿਆਲ ਹੈ ਉਸ ਕਿਸਮ ਦੀ ਸਿਆਸਤ ਨੂੰ। ਜੀ ਖਾਸ ਤੌਰ ਤੇ ਉਹ ਇਹ ਵੀ ਕਹਿ ਰਹੇ ਨੇ ਨਾਲ ਨਾਲ, ਜਿਵੇਂ ਜਿਹੜੀ RSS ਦੀ ਸਿਆਸਤ ਹੈ ਵੰਡ ਪਾਉਣ ਵਾਲੀ, ਜਾਂ ਜਿਸ ਲੈਵਲ ਤੇ ਇੱਕ ਬਹੁਤ ਹਿੰਦੂਤਵ ਦੀ ਇੱਕ ਐਂਗਲ ਹੈ ਕਿ ਸਾਨੂੰ ਵੋਟ ਤੋਂ ਜ਼ਿਆਦਾ ਮਿਲਦੀ ਹੈ ਜੀ। ਵੋਟ ਪੋਲਿਟਿਕਸ ਛੱਡ ਕੇ ਇਨਸਾਨੀਅਤ ਦੇ ਪੱਖ ਤੋਂ, ਸਰਬੱਤ ਦੇ ਭਲੇ ਦੇ ਪੱਖ ਤੋਂ, ਸਮੁੱਚੇ ਹਰ ਇਨਸਾਨ ਨੂੰ ਆਪਣੇ ਵਰਗਾ ਸਮਝਣ ਦੀ ਗੱਲ ਹੈ ਜਿਹੜੀ, ਤਾਂ ਕਿ ਉਸ ਪਾਸੇ ਵੱਲ ਚੱਲਿਆ ਜਾਏ। ਇਹ ਉਹਨਾਂ ਦਾ ਇੱਕ ਸੰਦੇਸ਼ ਹੈ, ਇੱਕ ਮਾਨੇ ਨੇ, ਤਾਂ ਕਿ ਸਾਡਾ ਜਿਹੜਾ ਬਣਦਾ ਜਾ ਰਿਹਾ ਮਾਹੌਲ ਹੈ ਨਫ਼ਰਤੀ, ਉਹ ਦੂਰ ਹੋਵੇ, ਮੁਹੱਬਤ ਦਾ ਮਾਹੌਲ ਬਣੇ। ਜੀ ਹਮੀਰ ਜੀ, ਜਿੱਥੇ ਅੱਜ ਇੱਕ ਪਾਸੇ ਅਰਦਾਸ ਦਿਵਸ ਮਨਾਇਆ ਗਿਆ, ਤਾਂ ਦੂਜੇ ਪਾਸੇ ਬਰਗਾੜੀ ਦੇ ਵਿੱਚ ਵੀ ਜਿਹੜਾ ਹੈਗਾ ਵੱਡਾ ਇਕੱਠ ਜਿਹੜਾ ਹੈਗਾ ਹੋਇਆ। ਅਸੀਂ ਜਾਣਨਾ ਚਾਹਾਂਗੇ ਉਸ ਇਕੱਠ ਦੇ ਪਿੱਛੇ ਕੀ ਕਾਰਨ ਰਹੇ ਹੈ, ਉੱਥੇ ਲੋਕ ਕਿਉਂ ਇਕੱਠੇ ਹੋਏ? ਬਰਗਾੜੀ ਦਾ ਜਿਹੜਾ ਇਸ਼ੂ ਹੈ 2015 ਤੋਂ ਚੱਲ ਰਿਹਾ ਹੈ, ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦਾ ਮੁੱਦਾ, ਤੇ ਉਸ ਤੋਂ ਬਾਅਦ ਜਿਹੜਾ ਉਹ ਪੁਲਿਸ ਫਾਇਰਿੰਗ ਹੋਈ ਉਹਦੇ 'ਚ 2 ਬੰਦਿਆਂ ਦੇ ਮਾਰੇ ਜਾਣ ਦਾ ਮੁੱਦਾ, ਉਹਨਾਂ ਦੀ ਇਨਸਾਫ ਦਾ ਸਵਾਲ ਹੈ। ਬਰਗਾੜੀ ਦੇ ਮੁੱਦੇ ਨੇ 3 ਸਰਕਾਰਾਂ ਚਲੀਆਂ ਗਈਆਂ ਪਹਿਲਾਂ ਹੀ, ਬਿਲਕੁਲ, ਜਿਹੜੀਆਂ ਈਵਨ 4 ਹੀ ਕਹੋ, 5ਵੀਂ ਉਸ ਲੈਵਲ ਤੇ ਆ ਰਹੀ ਹੈ ਜੀ। ਔਰ ਉਹ ਜਿਹੜਾ ਮੁੱਦਾ ਬਾਰ-ਬਾਰ ਹੁਣ ਵੀ ਸਪੀਕਰ ਪਿਛਲੇ ਵਾਰ ਜਾ ਕੇ ਆਏ ਸੀ ਕੁਲਤਾਰ ਸੰਧਮਾ ਉਹਨਾਂ ਦੇ ਵਿੱਚ, ਤੇ ਉਦੋਂ ਪਹਿਲਾਂ ਹਰਜੋਤ ਬੈਂਸ ਹੋਣੀ ਵੀ ਗਏ ਸੀ, ਤੇ ਉਦੋਂ ਪਹਿਲਾਂ ਐਡਵੋਕੇਟ ਜਨਰਲ ਵੀ ਗਏ ਸੀ। ਐਡਵੋਕੇਟ ਜਨਰਲ ਨੇ ਆ ਕੇ ਇਹਨਾਂ ਨੂੰ ਕਿਹਾ ਵੀ ਇਹ ਵਕੀਲਾਂ ਦਾ ਮਾਮਲਾ ਨਹੀਂ, ਸਾਡਾ ਕੰਮ ਕੋਰਟ 'ਚ ਹੈ, ਇਹ ਪੋਲੀਟੀਕਲ ਮਾਮਲਾ, ਤੁਸੀਂ ਖੁਦ ਜਾਇਆ ਕਰੋ ਜੀ। ਪਰ ਅੱਜ ਉਹਨਾਂ ਦਾ ਸੀ, ਅੱਜ ਉਹਦੇ 2 ਧਾਰਾਵਾਂ ਸੀ, ਇੱਕ ਧਾਰਾ ਜਥੇਦਾਰ ਵੱਲ ਸੀ ਤੇ ਇੱਕ ਧਾਰਾ ਆਮ ਆਦਮੀ ਪਾਰਟੀ ਵੱਲ ਸੀ। ਇੱਕ ਤਾਂ ਉਹਨਾਂ ਨੇ ਇਤਰਾਜ਼ ਕੀਤਾ ਸੀ ਉਸੇ ਦਿਨ ਤੇ ਅੱਜ ਵੀ ਕੀਤਾ ਕਿ ਜਦੋਂ ਬਰਗਾੜੀ ਮੋਰਚੇ ਦਾ ਇੱਕ ਸੱਦਾ ਸੀ ਕਿ ਅਸੀਂ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦਾ ਤੇ ਜਿਹੜੇ ਉਹ ਮਾਰੇ ਗਏ ਉਹਨਾਂ ਦਾ ਇਨਸਾਫ ਲੈਣਾ, ਤਾਂ ਜਥੇਦਾਰ ਸਾਹਿਬ ਨੂੰ ਉਹੀ ਤਾਰੀਖ ਰੱਖ ਕੇ ਸਾਡੇ ਪ੍ਰੋਗਰਾਮ ਨੂੰ ਕਮਜ਼ੋਰ ਨਹੀਂ ਸੀ, ਬਲਕਿ ਉਹਨਾਂ ਨੂੰ ਇੱਥੇ ਆਉਣਾ ਚਾਹੀਦਾ ਸੀ, ਜਾਂ ਜਿਹੜੀ ਉਹ ਧਿਰ ਸੀ ਇਹ ਕਰਨੀ ਚਾਹੀਦੀ ਸੀ ਜੀ। ਦੂਜੀ ਉਹਨਾਂ ਨੇ ਉੱਥੇ ਇਹ ਕਿਹਾ ਅੱਜ ਕਿ ਸਰਕਾਰ ਐ ਮੰਨਣ ਵਾਲੀ ਲੱਗਦੀ ਨਹੀਂ, ਸਰਕਾਰ ਵੋਟਾਂ ਤੋਂ ਪ੍ਰਭਾਵਿਤ ਹੁੰਦੀ ਹੈ, ਕਿਉਂ ਨਾ ਆਪਾਂ ਇਹ ਪ੍ਰੋਗਰਾਮ ਬਣਾਈਏ ਕਿ ਹਿਮਾਚਲ ਦੀ ਨੇੜੇ ਆ ਗਈ ਚੋਣ, ਆਪਾਂ ਇੱਥੋਂ ਪੂਰਾ ਜਥਿਆਂ ਦੇ ਜਥੇ ਲੈ ਕੇ ਚੱਲੀਏ, ਹਿਮਾਚਲ ਦੇ ਲੋਕਾਂ ਨੂੰ ਦੱਸੀਏ ਵੀ ਜੋ ਕੇਜਰੀਵਾਲ ਤੇ ਆਮ ਆਦਮੀ ਪਾਰਟੀ ਪੰਜਾਬ 'ਚ ਕਹਿੰਦੀ ਹੈ ਉਹ ਸਾਰਾ ਫਰਾਡ ਕਰ ਰਹੀ ਹੈ, ਕੋਈ ਚੱਜ ਦਾ ਕੰਮ ਨਹੀਂ ਹੋ ਰਿਹਾ, ਤੇ ਨਾ ਸਾਨੂੰ ਇਨਸਾਫ ਦਿੱਤਾ ਇੰਨੇ ਸਮੇਂ ਤੋਂ। ਇਹ ਲੋਕਾਂ ਨੂੰ ਕਹਾਂਗੇ ਤਾਂ ਇਹਨਾਂ ਤੇ ਅਸਰ ਪਊਗਾ ਵੋਟਾਂ ਤੇ, ਫਿਰ ਸਾਡੀ ਗੱਲ ਮੰਨਣਗੇ ਜੀ। ਜਿਵੇਂ ਕਿਸਾਨਾਂ ਨੇ ਕਿਸਾਨ ਅੰਦੋਲਨ ਦੌਰਾਨ ਕੀਤਾ ਸੀ ਕਿ ਆਪਾਂ ਪੱਛਮੀ ਬੰਗਾਲ ਵੀ ਚੱਲੀਏ, ਆਪਾਂ ਬਾਕੀ ਜਗ੍ਹਾ ਵੀ ਚੱਲੀਏ, ਤਾਂ ਕਿ ਦੱਸੀਏ ਕਿ ਪ੍ਰਧਾਨ ਮੰਤਰੀ ਸਾਡੀ ਗੱਲ ਨਹੀਂ ਸੁਣ ਰਿਹਾ, ਵੀ ਉਵੇਂ ਆਪਾਂ ਆਮ ਆਦਮੀ ਪਾਰਟੀ ਤੇ ਫੋਕਸ ਕਰੀਏ। ਦੂਜੀ ਉਹਨਾਂ ਦੀ ਮੰਗ ਇਹ ਹੈਗੀ ਉਹ ਹੈ ਜਿਹੜੀ ਸ਼ੁਰੂ ਤੋਂ ਚੱਲਦੀ, ਕਿ ਜਿਹੜਾ ਐਡਵੋਕੇਟ ਜਨਰਲ ਹੁਣ ਲਾਇਆ, ਇਹ ਐਡਵੋਕੇਟ ਜਨਰਲ ਕਿਉਂਕਿ ਡੇਰਾ ਮੁਖੀ ਦੇ ਤੇ ਬਾਕੀ ਕੇਸ ਸੁਣਦਾ ਰਿਹਾ ਜੀ, ਤਾਂ ਉਹ ਇਸ ਕੇਸ 'ਚ ਇਨਸਾਫ ਵਾਲੇ ਪਾਸੇ ਕਿਵੇਂ ਖੜੂਗਾ, ਇਨਸਾਫ ਵਾਲੇ ਪਾਸਿਓਂ ਪੇਸ਼ ਕਿਵੇਂ ਹੋਊਗਾ, ਉਹਨੂੰ ਬਦਲਿਆ ਜਾਣਾ ਚਾਹੀਦਾ ਜੀ। ਇਹ 6 ਮਹੀਨੇ ਦਾ ਸਮਾਂ ਮੰਗਦੇ ਨੇ। ਉਹਨਾਂ ਨੇ ਉੱਥੇ ਇਹ ਕੀਤਾ, ਨਾਲ ਹੁਣ ਇੱਕ ਮੈਸੇਜ ਚਲਾ ਗਿਆ ਕਿ ਸਾਡੇ ਸਿਆਸਤ ਦੇ ਤੇ ਪ੍ਰਭਾਵ ਪਾਏ ਬਿਨਾਂ ਕੰਮ ਨਹੀਂ ਚੱਲਣਾ, ਮੋਰਚਾ ਜਿੰਨਾ ਮਰਜ਼ੀ ਲੰਮਾ ਹੋ ਜੇ, ਲੰਮਾ ਹੋਣ ਦਿਓ, ਤੇ ਅਸੀਂ ਪੰਜਾਬ ਦੀ ਸਿਆਸਤ ਨੂੰ ਪ੍ਰਭਾਵਿਤ ਕਰਨਾ, ਤਾਂ ਕਿ ਜਿਹੜੀਆਂ ਧਿਰਾਂ ਹੁਣ ਪੰਜਾਬ ਦੀ ਸਿਆਸਤ ਹੈ, ਉਹ ਅਕਾਲੀ ਦਲ ਹੋਏ, ਕਾਂਗਰਸ ਹੋਏ, ਆਪ ਹੋਏ, ਇਹ ਨਹੀਂ ਇਨਸਾਫ ਦੇ ਰਹੀਆਂ। ਔਰ ਇੱਕ ਗੱਲ ਸਾਨੂੰ ਦਿਖਾਈ ਵੀ ਦੇ ਰਹੀ ਹੈ ਕਿ ਅਕਾਲੀ ਦਲ ਦਾ ਕੋਈ ਸਿਰ ਕਰਦਾ ਨੁਮਾਇੰਦਾ ਜੀ ਉੱਥੇ ਨਹੀਂ ਗਿਆ ਅੱਜ ਤੱਕ ਜੀ, ਬਿਲਕੁਲ ਨਾ ਕੋਈ ਜਥੇਦਾਰੀਆਂ 'ਚੋਂ ਕੋਈ ਉੱਥੇ ਇਸ ਲੈਵਲ ਦੇ ਉੱਤੇ ਗਿਆ। ਤਾਂ ਇੱਕ ਲੈਵਲ ਦਾ ਫਰਕ ਜਿਹੜਾ ਦਿਖਾਈ ਦੇ ਰਿਹਾ, ਇਹਦਾ ਮਤਲਬ ਇਹ ਅਕਾਲੀ ਦਲ ਸਾਹਮਣੇ ਵੀ ਚੁਣੌਤੀ ਹੈ ਜੀ। ਬਾਈਬਲ ਵਾਲਾ ਜਿਹੜਾ ਇੱਕ ਮੋਰਚਾ ਹੈ, ਹਾਂ ਉੱਥੇ ਮੋਰਚੇ 'ਤੇ ਕੁਝ ਹੋਰ ਗੱਲਾਂ ਵੀ ਹੋਈਆਂ, ਜਿਹੜੀਆਂ ਗੱਲਾਂ ਦੇ ਵਿੱਚ ਇਹ ਸੀਗਾ ਕਿ ਆਪਾਂ ਨੂੰ ਮੋਰਚਾ ਆਪ ਵੀ ਕਿਵੇਂ ਲੰਮਾ ਚੱਲੇ, ਕਿਵੇਂ ਲੋਕਾਂ ਦਾ ਭਰੋਸਾ ਜਿੱਤਿਆ ਜਾਵੇ, ਇਹ ਇੱਕ ਬੰਦੇ ਦੀ ਅਗਵਾਈ 'ਚ ਨਹੀਂ। ਹੁਣ ਅੱਜ ਕੱਲ੍ਹ ਉਹਦੀ ਅਗਵਾਈ ਮੇਨਲੀ ਕਰ ਰਿਹਾ ਸੁਖਰਾਜ ਸਿੰਘ, ਜਿਹੜਾ ਇੱਕ ਜਿਹਦੇ ਫਾਦਰ ਉੱਥੇ ਜਿਹਨੇ ਡੈਥ ਹੋ ਗਈ, ਉੱਥੇ ਹੋਇਆ ਵੀ ਇੱਕ ਵੱਡੀ ਕਮੇਟੀ ਬਣਾਓ
ਤੇ ਕਮੇਟੀ ਸਾਰਾ ਫੈਸਲਾ ਕਰੇ, ਕਮੇਟੀ ਅੱਗੇ ਕਿਵੇਂ ਚਲਾਉਣਾ ਉਹਦੀ ਰਣਨੀਤੀ ਬਣਾਏ, ਤੇ ਇੱਕ ਬੈਂਕ ਅਕਾਊਂਟ ਖੋਲ੍ਹੋ ਜਿਹਦਾ ਟਰਾਂਸਪੇਰੈਂਟ ਤਰੀਕੇ ਦੇ ਨਾਲ ਪੈਸੇ ਜੋ ਕੋਈ ਦੇ ਕੇ ਜਾਂਦਾ ਹੈ ਉਹਦੀ ਕਲੀਅਰ, ਕਿਉਂਕਿ ਇਹੀ ਇਲਜ਼ਾਮ ਲੱਗਦੇ ਨੇ ਮੋਰਚਿਆਂ ਤੇ ਜ਼ਿਆਦਾ ਜੀ ਕੋਈ ਬਿਲਕੁਲ। ਪੈਸੇ ਲੈ ਗਿਆ ਜਾਂ ਕੋਈ ਇਕੱਲੇ ਬੰਦੇ ਨੇ ਖਰੀਦ ਲਿਆ ਜਾਂ ਕੁਝ ਹੋ ਗਿਆ। ਉੱਥੇ ਓਪਨ ਸਟੇਜ ਦੇ ਉੱਤੇ ਇਹ ਗੱਲਾਂ ਵੀ ਉਹਨਾਂ ਨੇ ਕੀਤੀਆਂ ਕਿ ਆਪਾਂ ਇਹਨੂੰ ਵੀ ਸੁਧਾਰਨਾ। ਇਹਦਾ ਮਤਲਬ ਇਹ ਦੋ ਤਿੰਨ ਪੱਖਾਂ ਤੋਂ, ਸਿਆਸੀ ਪੱਖ ਤੋਂ, ਧਾਰਮਿਕ ਪੱਖ ਤੋਂ ਤੇ ਜਨਤਕ ਪੱਖ ਤੋਂ, ਇਹ ਸਰਕਾਰ ਲਈ ਵੀ ਅਕਾਲੀ ਦਲ ਲਈ ਵੀ, ਇਹ ਦੋਨਾਂ ਲਈ ਚੁਣੌਤੀ ਬਣਦਾ ਜਾ ਰਿਹਾ ਮੋਰਚਾ। ਜੇ ਇਨਸਾਫ ਨਾ ਮਿਲੇ ਤਾਂ ਹੋ ਸਕਦਾ ਇੱਕ ਹੋਰ ਸਰਕਾਰ ਦੀ ਬਲੀ ਵੀ ਲੈ ਲੇ। ਜੀ ਹਮੀਰ ਜੀ, 15 ਅਗਸਤ ਨੂੰ ਜਦੋਂ ਦੇਸ਼ ਦਾ ਇੱਕ ਪਾਸੇ ਆਜ਼ਾਦੀ ਦਿਹਾੜਾ ਮਨਾਇਆ ਜਾਂਦਾ ਹੈ, ਉਸ ਤੋਂ ਅਗਲੇ ਦਿਨ 16 ਅਗਸਤ ਨੂੰ ਗੱਲ ਕਰੀਏ ਤਾਂ ਇੱਕ ਪਾਸੇ ਅਰਦਾਸ ਦਿਵਸ ਮਨਾਇਆ ਜਾ ਰਿਹਾ, ਦੂਜੇ ਪਾਸੇ ਬਰਗਾੜੀ ਦਾ ਮੋਰਚਾ ਅੱਜ ਤੋਂ ਸ਼ੁਰੂ ਹੋ ਰਿਹਾ। ਜੇ ਅਸੀਂ ਜਾਣਨਾ ਚਾਹਾਂਗੇ ਇਹ ਦੋਨਾਂ 'ਚ ਸੰਬੰਧ ਕੀ ਹੈ, ਵੀ ਕਿ ਆਜ਼ਾਦੀ ਦਿਹਾੜੇ ਤੋਂ ਅਗਲੇ ਦਿਨ ਦੋਵੇਂ ਪ੍ਰੋਗਰਾਮ ਜਿਹੜੇ ਨੇ ਇਕੱਠੇ ਉਲੀਕੇ ਜਾਂਦੇ ਨੇ, ਇਹਨਾਂ ਦੋਨੋਂ ਪ੍ਰੋਗਰਾਮਾਂ ਨੂੰ ਇਕੱਠੇ ਇੱਕੋ ਦਿਨ ਸ਼ੁਰੂਆਤ ਹੋਣਾ, ਇਸ ਨੂੰ ਤੁਸੀਂ ਕਿਵੇਂ ਦੇਖੋਗੇ? ਮੈਨੂੰ ਲੱਗਦਾ ਕਿ ਇਹ ਬਖਰੇਵਾਂ ਇਸ ਲਈ ਪਾਇਆ ਉਹਨਾਂ ਨੇ ਕਿਉਂਕਿ ਜਦੋਂ ਤਿਰੰਗਾ ਝੰਡਾ ਲਹਿਰਾਉਣ ਦੀ ਗੱਲ ਸੀ, ਪੰਜਾਬ ਦੀਆਂ ਕੁਝ ਜਥੇਬੰਦੀਆਂ ਨੇ, ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਔਰ ਦਲ ਖਾਲਸਾ ਖਾਸ ਤੌਰ ਤੇ ਕੁਝ ਹੋਰਾਂ ਨੇ ਜੀ, ਉਹਨਾਂ ਨੇ ਸੱਦਾ ਦਿੱਤਾ ਸੀ ਕਿ 15 ਅਗਸਤ ਨੂੰ ਨਿਸ਼ਾਨ ਸਾਹਿਬ ਚਲਾਓ ਤਿਰੰਗੇ ਦੇ ਮੁਕਾਬਲੇ। ਜੀ ਬਿਲਕੁਲ। ਇਹ ਸ਼ਾਇਦ ਉਸ ਲੈਵਲ ਦੇ ਗੱਲ ਨਹੀਂ ਸੀ ਕਰਨਾ ਚਾਹੁੰਦੇ ਵੀ ਚਲ 15 ਨੂੰ ਤਾਂ ਜਿਹਨੇ ਜੋ ਕਰਨਾ ਕਰੇਗਾ, ਜਿਹਨੇ ਉਹ ਕਰਨਾ ਹੈ। ਇੱਕ ਦਿਨ ਅੱਗੇ ਪਾਤ ਕੇ ਇਹ ਅਰਦਾਸ ਵੀ ਤਾਂ ਕਿ ਅਗਲੇ ਦਿਨ ਆਪਾਂ ਇਹ ਚੀਜ਼ਾਂ ਕਰੀਏ, ਸ਼ਾਇਦ ਇਹ ਵੀ ਇੱਕ ਹੋ ਸਕਦਾ। ਮੈਨੂੰ ਨਹੀਂ ਪਤਾ ਇਹ ਸੋਚ ਕੇ ਕੀਤਾ, ਪਰ ਲੱਗਦਾ ਹੈ ਕਿ ਉਹਦੇ ਪਿੱਛੇ ਧਾਰਨਾ ਜਾਂ ਸੋਝੀ ਇਹ ਹੋ ਸਕਦਾ ਇਸ ਲੈਵਲ ਸੀ, ਕਿਉਂਕਿ ਅਕਾਲੀ ਦਲ ਤੇ ਜਥੇਦਾਰ ਵੀ ਉਹਦੇ ਨਾਲ ਵੀ ਨਹੀਂ ਸੀ ਜੁੜਨਾ ਚਾਹੁੰਦੇ ਆਪਣੇ ਆਪ ਨੂੰ। ਔਰ ਉਹਦੇ ਚੋਂ ਇੱਕ ਗੱਲ ਆਈ ਵੀ ਤਾਂ ਲੱਗਦਾ ਹੈ ਕਿ ਕੋਈ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਜਿਹੜੇ ਨੇ, ਉਹਨਾਂ ਦਾ ਅਗਲੇ ਦਿਨ ਇੱਕ ਬਿਆਨ ਆਇਆ ਸੀ ਕਿ ਕੇਸਰੀ ਨਿਸ਼ਾਨ ਚਲਾਉਣ ਦਾ ਜਿਹੜਾ ਐਲਾਨ ਹੈ ਜਾਂ ਫੈਸਲਾ ਹੈ, ਇਹ ਕੁਝ ਜਥੇਬੰਦੀਆਂ ਦਾ ਨਿੱਜੀ ਹੈ, ਇਹ ਖਾਲਸਾ ਪੰਥ ਦਾ ਜਾਂ ਸ਼੍ਰੋਮਣੀ ਕਮੇਟੀ ਦਾ ਜਾਂ ਬਾਕੀ ਦਾ ਨਹੀਂ ਹੈ। ਉਹਦੇ 'ਚੋਂ ਇਹ ਲੱਗਦਾ ਫਿਰ ਇਹ ਇੱਕ ਗੱਲ ਅੱਗੇ ਜਿਹੜੀ ਸਾਹਮਣੇ ਆ ਗਈ ਕਿ ਨਵੇਂ ਤਰੀਕੇ ਦੀ ਗੱਲ ਹੋ ਸਕਦੀ। ਦੂਜੀ ਗੱਲ ਇਹ ਸੀ ਕਿ ਇਹਦੇ ਨਾਲ ਦੋ ਗੱਲਾਂ, 14 ਅਗਸਤ ਤੇ 15 ਅਗਸਤ ਦੋਨਾਂ ਦੀ ਆਜ਼ਾਦੀ ਦਾ ਵੀ ਆਪਣਾ ਹੋ ਗਿਆ, ਤੇ ਨਾਲ ਜਿਹੜੀ ਦੇਸ਼ ਦੀ ਵੰਡ ਦੇ ਜ਼ਖਮ ਨੇ ਜੀ ਉਹ ਵੀ ਠੀਕ ਤਰੀਕੇ ਦੇ ਨਾਲ ਪਹਿਲੀ ਵਾਰ ਇੱਕ ਪੇਸ਼ਕਾਰੀ ਹੋਈ ਹੈ ਕਿ ਹਾਂ ਸਮੂਹਿਕ ਰੂਪ ਦੇ ਵਿੱਚ ਸਾਰੇ ਲੋਕ ਮਿਲ ਕੇ ਇਸ ਲੈਵਲ ਦੀ ਗੱਲ ਕਰਦੇ ਨੇ। ਹਾਂ, ਬਰਗਾੜੀ ਵਾਲਿਆਂ ਨੇ ਵੀ ਇਸੇ ਲਈ ਰੱਖਿਆ ਹੋਣਾ, ਉਦੋਂ ਇਹ ਤਾਂ ਬਾਅਦ 'ਚ ਰੱਖਿਆ। ਬਰਗਾੜੀ ਵਾਲਿਆਂ ਨੇ ਉਸ ਸਮੇਂ 1 ਮਹੀਨਾ ਰੱਖਿਆ ਸੀ, 1 ਮਹੀਨਾ 15 ਅਗਸਤ ਨੂੰ ਬਣਦਾ ਸੀ, ਪਰ ਉਹਨਾਂ ਨੇ ਕਿਹਾ ਹੋਣਾ ਕਿ 15 ਅਗਸਤ ਦੀ ਬਜਾਏ ਆਪਾਂ 16 ਕਰ ਲੈਂਦੇ ਹਾਂ, ਕਿਉਂਕਿ ਉਦੋਂ ਹੋਰ ਲੋਕ ਵੀ ਸ਼ਾਇਦ ਉਸ ਲੈਵਲ ਦੇ ਉੱਤੇ ਹੋਣਗੇ। ਇਸ ਕਰਕੇ ਇਹ ਕਾਰਨ ਬਣ ਗਏ ਅਲੱਗ-ਅਲੱਗ ਪ੍ਰੋਗਰਾਮਾਂ ਦੇ, ਪਰ ਇਹ ਪ੍ਰੋਗਰਾਮ ਇੱਕ ਉਹਦੇ ਨਾਲ ਜੁੜੇ ਵੀ ਹੋਏ ਨੇ ਕਿ ਸੰਵਿਧਾਨ ਦੇ ਵਿੱਚ ਧਾਰਮਿਕ ਲੋਕ ਜਾਂ ਧਾਰਮਿਕ ਘੱਟ ਗਿਣਤੀਆਂ ਨਾਲ ਇਨਸਾਫ ਕਿੰਨਾ ਕੁ ਹੁੰਦਾ ਹੈ, ਕਿੰਨੀ ਕਿਸ ਤਰੀਕੇ ਨਾਲ ਸਰਕਾਰਾਂ ਚੱਲਦੀਆਂ ਨੇ, ਸਰਕਾਰਾਂ ਲੋਕਾਂ ਦੀ ਪਰਵਾਹ ਕਰਦੀਆਂ ਨੇ ਜਾਂ ਨਹੀਂ ਕਰਦੀਆਂ ਜੀ। ਤੇ ਇਸੇ ਤਰੀਕੇ ਨਾਲ ਜਦੋਂ ਲੋਕ ਰਾਏ ਬਣਦੀ ਹੈ ਤਾਂ ਪਬਲਿਕ ਰਾਏ ਕਿਵੇਂ ਸਰਕਾਰਾਂ ਨੂੰ ਮਜਬੂਰ ਕਰ ਸਕਦੀ ਹੈ। ਇਹ ਦੋਨੋਂ ਟਾਈਪ ਦੀ ਰਾਏ ਹੈ। ਹੁਣ ਜੇ ਤੱਕ ਅਰਦਾਸ ਹੋ ਗਈ ਤੇ ਇਹਦੇ ਤੋਂ ਬਾਅਦ ਵੀ ਲੋਕ ਯਾਦ ਰੱਖਣ ਇੱਕ ਵੱਡੀ ਪਬਲਿਕ ਰਾਏ ਬਣੇ ਜੀ, ਫਿਰ ਇਹ ਕੋਈ ਬੜੀ ਗੱਲ ਨਹੀਂ ਹੈ ਕਿ ਦੋਨੋਂ ਦੇਸ਼ਾਂ ਦੀਆਂ ਪਾਰਲੀਮੈਂਟਾਂ ਇਹਦੇ ਤੇ ਮਤਾ ਪਾ ਦੇਣ। ਜੀ ਬਿਲਕੁਲ। ਤੇ ਸਾਰੇ ਲੋਕ ਇਹ ਵੀ ਕਹਿੰਦੇ ਨੇ ਬਾਰਡਰ ਖੁੱਲ੍ਹੇਗਾ, ਇੱਥੋਂ ਦਾ ਵਪਾਰੀ ਜਾਂ ਬਾਕੀ ਚੀਜ਼ਾਂ ਖੇਤੀ ਦੀਆਂ ਜਾਂ ਰੁਜ਼ਗਾਰ ਉਹ ਤਾਂ ਹੀ ਪੈਦਾ ਹੋਣੇ ਨੇ ਜੇਕਰ ਇੱਥੇ ਹੋਰ ਆਵਾਜਾਈ ਜਾਂ ਆਪਸ ਦੇ ਵਿੱਚ ਕੰਮ ਧੰਦੇ ਖੁੱਲ੍ਹਣਗੇ ਲੋਕਾਂ ਦੇ। ਔਰ ਇਹ ਸਭ ਦੇ ਜੇ ਇੰਟਰਸਟ ਦੇ ਵਿੱਚ ਆ ਤਾਂ ਹੌਲੀ ਹੌਲੀ ਸਰਕਾਰਾਂ ਨੂੰ ਵੀ ਲੋਕ ਰਾਏ ਅੱਗੇ ਝੁਕਣਾ ਪੈਂਦਾ ਤੇ ਉਹ ਮੰਨਣੀਆਂ ਪੈਂਦੀਆਂ ਨੇ ਜੀ, ਬਸ਼ਰਤੇ ਕਿ ਉਹ ਇਮਾਨਦਾਰੀ ਨਾਲ, ਦਿਆਨਦਾਰੀ ਨਾਲ ਲਗਾਤਾਰ ਲੋਕਾਂ ਦੇ ਜਿਹਨ ਦਾ ਇੱਕ ਹਿੱਸਾ ਬਣਾਈਆਂ ਜਾਂਦੀਆਂ ਰਹਿਣ ਜੀ। ਔਰ ਇਹੀ ਮੈਨੂੰ ਲੱਗਦਾ ਇਹ ਚੀਜ਼ਾਂ ਜਿਹੜੀਆਂ ਇਨਸਾਫ ਦੀਆਂ, ਉਹ ਵੀ ਇੱਕ ਇਨਸਾਫ ਦੀ ਮੰਗ ਹੈ ਤੇ ਇਹ ਵੀ ਇੱਕ ਇਨਸਾਫ ਦੀ ਮੰਗ ਹੈ, ਦੋਨੋਂ ਚੀਜ਼ਾਂ ਜੁੜੀਆਂ ਵੀ ਹੋਈਆਂ ਜੀ। ਹਮੀਰ ਜੀ, ਇਹਦੇ ਨਾਲ ਹੀ ਇੱਕ ਵੱਡਾ ਸਵਾਲ ਇਹ ਵੀ ਖੜਾ ਹੁੰਦਾ ਹੈ ਵੀ ਬੇਅਦਬੀ ਦੀ ਘਟਨਾਵਾਂ ਨੂੰ ਲੰਬਾ ਸਮਾਂ ਹੋ ਚੁੱਕਾ ਹੈ, ਕਈ ਸਰਕਾਰਾਂ ਜਿਹੜੀਆਂ ਆਈਆਂ ਤੇ ਚਲੀਆਂ ਗਈਆਂ, ਹਰ ਵਾਰ ਜਿਹੜਾ ਹੈਗਾ ਗੱਲ ਕਰੀਏ ਤਾਂ 2 ਚੋਣਾਂ ਵੀ ਨਿਕਲ ਚੁੱਕੀਆਂ ਨੇ। ਚੋਣਾਂ 'ਚ ਵੀ ਇਹ ਮੁੱਖ ਜਿਹੜਾ ਏਜੰਡਾ ਰਿਹਾ ਹੈ ਰਾਜਨੀਤਿਕ ਪਾਰਟੀਆਂ ਦਾ ਵੀ ਅਸੀਂ ਇਨਸਾਫ ਦੇਵਾਂਗੇ, ਪਰ ਹਲੇ ਤੱਕ ਇਨਸਾਫ ਨਹੀਂ ਮਿਲ ਸਕਿਆ। ਤੁਹਾਨੂੰ ਲੱਗਦਾ ਜਿਹੜੀ ਮੌਜੂਦਾ ਸਰਕਾਰ ਹੈ ਉਹਦੀ ਨੀਅਤ ਅਤੇ ਨੀਤੀ ਜਿਹੜੀ ਹੈ ਲੋਕਾਂ ਨੂੰ ਇਨਸਾਫ ਦੇਣ ਵੱਲ ਚੱਲ ਰਹੀ ਹੈ ਜਾਂ ਉਹ ਇਨਸਾਫ ਦੇ ਸਕੇਗੀ? ਇਹ ਬਹੁਤ ਜ਼ਿਆਦਾ ਗੱਲ ਨਹੀਂ ਮਤਲਬ ਸਮਝ ਆਉਂਦੀ ਕਿ ਪਹਿਲਾਂ ਤਾਂ ਪਾਰਟੀਆਂ ਇਹੀ ਕਹਿੰਦੀਆਂ ਨੇ ਕਿ ਤੁਸੀਂ ਚੁਟਕੀ ਮੰਗ ਦੱਸਿਓ, ਅਸੀਂ ਪਹਿਲੀ ਝੱਟ ਕਰ ਦਾਂਗੇ ਜੀ, ਪਰ ਕਿਉਂਕਿ ਉਹੀ ਤਫਤੀਸ਼ੀ ਏਜੰਸੀਆਂ ਨੇ, ਉਹੀ ਲੋਕ ਨੇ ਜਿਨ੍ਹਾਂ ਨੇ ਜਿੰਨੀ ਤਫਤੀਸ਼ ਕੀਤੀ। ਜਾਂ ਤਾਂ ਤੁਸੀਂ ਓਪਨ ਖੁੱਲ੍ਹਾ ਸੱਦਾ ਦਿਓ ਕਿ ਜੇ ਬਾਬੇ ਨੂੰ ਸੁਣਵਾਈ ਕਰਨੀ ਹੈ ਤੁਸੀਂ ਜਿੱਥੇ ਮਰਜ਼ੀ ਤੱਕ ਜਾਓ, ਸਾਡੇ ਵੱਲੋਂ ਕੋਈ ਪ੍ਰੋਬਲਮ ਨਹੀਂ, ਜਿਹਨੂੰ ਮਰਜ਼ੀ ਫੜ ਸਕਦੇ ਹੋ ਜਾਂ ਬਾਕੀ ਹੋਰ ਹੈ ਜਿਹੜਾ ਵੀ ਆਉਂਦਾ। ਉੱਥੇ ਇੱਕ ਜਗ੍ਹਾ ਜਾ ਕੇ ਰੋਕ ਲੱਗ ਜਾਂਦੀ ਹੈ ਫਿਰ, ਕਿਉਂਕਿ ਵੋਟ ਵੀ ਆ ਜਾਂਦੀ ਹੈ ਜੀ, ਕਿਸੇ ਨਾ ਕਿਸੇ ਰੂਪ ਦੇ ਵਿੱਚ, ਫਿਰ ਮਾਮਲਾ ਠੰਡੇ ਵਸਤੇ 'ਚ ਪੈ ਜਾਂਦਾ। ਪਹਿਲਾਂ ਅਕਾਲੀ ਦਲ ਵੇਲੇ ਵੀ ਤੁਸੀਂ ਦੇਖੋ ਕਿ ਜਥੇਦਾਰਾਂ ਨੂੰ ਘਰ ਬੁਲਾ ਕੇ ਮਾਫੀ ਦੇਤੀ ਫਲਾਨਾ, ਔਰ ਉਹ ਮਾਫੀ ਲੱਗੇ ਉਹ ਇੰਨਾ ਉਲਟਾ ਪਿਆ ਅਕਾਲੀ ਦਲ ਮੁੜ ਕੇ ਉੱਠਿਆ ਹੀ ਨਹੀਂ ਹਜੇ ਤੱਕ ਜੀ। ਉਸ ਤੋਂ ਬਾਅਦ ਅਮਰਿੰਦਰ ਸਿੰਘ ਉਹਨਾਂ ਨੇ ਕਿਹਾ ਅਸੀਂ ਇਹ ਕਹਾਂਗੇ, ਉਹਨਾਂ ਦੇ ਵੀ ਅੰਦਰ ਰੌਲਾ ਪੈ ਗਿਆ, ਜੋ ਉੱਥੇ ਮੰਤਰੀ ਕਹਿ ਕੇ ਆਉਂਦੇ ਰਹੇ ਇੱਥੇ ਕੰਮ ਨਹੀਂ ਸੀ ਹੋ ਰਿਹਾ ਜੀ। ਤੇ ਹੁਣ ਆਪ ਨਾਲ ਵੀ ਮੈਨੂੰ ਲੱਗਦਾ ਇਹੀ ਵਾਪਰ ਰਿਹਾ, ਉੱਥੇ ਜਿਹੜਾ ਵਸ ਜਾਂਦਾ ਉਹ ਫਸ ਜਾਂਦਾ
ਉਹਦੇ ਕੋਲ ਜਵਾਬ ਨਹੀਂ ਹੁੰਦਾ ਤੇ ਮੁੜ ਕੇ ਆ ਕੇ ਚੁੱਪ ਕਰਕੇ ਫਿਰ ਬਹਿ ਜਾਂਦਾ, ਕਿਉਂਕਿ ਬੌਸ ਮੰਨਦੇ ਨਹੀਂ ਉੱਪਰਲੇ। ਜਾਂ ਤਾਂ ਬੌਸ ਨਾਲ ਹੀ ਡਾਇਰੈਕਟ ਗੱਲ ਹੋਵੇ, ਜਿਹੜਾ ਵੀ ਕੋਈ ਬੌਸ ਹੈ ਜਿਹੜਾ ਕੋਈ ਗੱਲ ਕਰਦਾ, ਜਾਂ ਤਾਂ ਰਾਘਵ ਚੱਡੇ ਤੇ ਕੇਜਰੀਵਾਲ ਨਾਲ ਡਿਸੀਜਨ ਹੋਵੇ ਉਹਨਾਂ ਦਾ, ਬੈਠ ਕੇ ਵੀ ਦੱਸੋ ਭਾਈ ਕੀ ਕਰਦੇ ਹੋ ਜੀ, ਤੇ ਉਹਨਾਂ ਚਿਰ ਉਹ ਗੱਲ ਨਹੀਂ ਹੁੰਦੀ। ਇਸੇ ਕਰਕੇ ਰੌਲਾ ਤਾਂ ਦੋ ਹੀ ਚੀਜ਼ਾਂ ਦਾ ਨਾ, ਇੱਕ ਜਿਹੜਾ ਕਤਲੇਆਮ ਹੋਇਆ ਜੀ ਜਾਂ ਬੰਦੇ ਮਰੇ, ਉਹਨਾਂ ਦੀ ਜਾਂਚ ਦੇ ਨਾਲ ਜੁੜੇ ਹੋਏ ਜਿਹੜੇ ਬੰਦੇ ਨੇ ਉਹਨਾਂ ਨੂੰ ਸਜ਼ਾ ਮਿਲੇ ਅਦਾਲਤਾਂ 'ਚ। ਦੂਜਾ ਜਿਹੜਾ ਗੁਰੂ ਗ੍ਰੰਥ ਸਾਹਿਬ ਦੇ ਨਾਲ ਛੇੜਛਾੜ ਜਾਂ ਫੇੜ ਫਾੜੇ ਜਾਂ ਕੋਈ ਜੋ ਵੀ ਮਰਜ਼ੀ ਕੀਤਾ, ਉਹਦੀ ਸਾਜ਼ਿਸ਼ 'ਚ ਸ਼ਾਮਲ ਜਿਹੜੇ ਬੰਦੇ ਨੇ ਉਹਨਾਂ ਨੂੰ ਸਜ਼ਾ ਮਿਲੇ ਜੀ। ਉਹ ਔਖਾ ਕੰਮ ਹੈ, ਉਧਰ ਨਹੀਂ ਜਾ ਰਹੇ ਉਸ ਵੱਡੇ ਕੰਮ ਦੇ ਵਿੱਚ ਜੀ। ਔਰ ਹੁਣ ਇਹ ਸਰਕਾਰ ਤੇ ਨਿਰਭਰ ਨਹੀਂ, ਜਿੱਥੇ ਬਾਕੀ ਸਰਕਾਰਾਂ ਚਲੀਆਂ ਗਈਆਂ ਇਹ ਭਾਵਨਾ ਦਾ ਮੁੱਦਾ, ਹੋ ਸਕਦਾ ਇਸ ਸਰਕਾਰ ਨੂੰ ਵੀ ਸੱਟ ਵੱਜੇ। ਜੀ, ਇਹ ਸਨ ਸਾਡੇ ਸੀਨੀਅਰ ਪੱਤਰਕਾਰ ਸ਼੍ਰੀ ਹਮੀਰ ਸਿੰਘ ਜੀ, ਜਿਨ੍ਹਾਂ ਨੇ ਆਪਣੇ ਵਡਮੁੱਲੇ ਵਿਚਾਰ ਸਾਡੇ ਨਾਲ ਸਾਂਝੇ ਕੀਤੇ। ਕੱਲ੍ਹ ਨੂੰ ਇਸੇ ਸਮੇਂ ਇੱਕ ਨਵੇਂ ਮੁੱਦੇ ਦੇ ਨਾਲ ਫਿਰ ਮਿਲਾਂਗੇ ਪ੍ਰੋਗਰਾਮ ਵੇਲੇ ਦੀ ਗੱਲ ਵਿੱਚ। ਧੰਨਵਾਦ।